ਸਭ ਤੋਂ ਪਹਿਲਾਂ ਆਪਾਂ ਡਿਜੀਟਲ ਟਰਾਂਸਫਾਰਮੇਸ਼ਨ ਦੇ ਬਾਰੇ ਗੱਲ ਕਰਦੇ ਹਾਂ ਕਿ ਇਹ ਕਨਸੈਪਟ ਕੀ ਹੈ, ਔਰ ਉਸ ਤੋਂ ਬਾਅਦ ਆਪਾਂ ਇਹ ਡਿਸਕਸ ਕਰਾਂਗੇ ਕਿ ਇਹ ਡਿਜੀਟਲ ਟਰਾਂਸਫਾਰਮੇਸ਼ਨ ਆਪਾਂ ਆਪਣੀ ਪੰਜਾਬੀ ਪੋਇਟਰੀ ਵਿੱਚ ਕਿਵੇਂ ਇੰਪਲੀਮੈਂਟ ਕਰਾਂਗੇ। ਹੁਣ ਡਿਜੀਟਲ ਟਰਾਂਸਫਾਰਮੇਸ਼ਨ ਦਾ ਜਿਹੜਾ ਕਨਸੈਪਟ ਹੈ ਉਹ ਟੈਕਨੋਲੋਜੀ ਦੇ ਨਾਲ ਜੁੜਿਆ ਹੋਇਆ ਹੈ। ਜਦੋਂ ਆਪਾਂ ਬਿਜ਼ਨਸ ਕਰਨ ਦੇ ਪੁਰਾਣੇ ਤਰੀਕਿਆਂ ਤੋਂ ਨਵੇਂ ਤਰੀਕਿਆਂ ਵੱਲ ਆਉਂਦੇ ਹਾਂ, ਉਦੋਂ ਆਪਾਂ ਨੂੰ ਡਿਜੀਟਲ ਟੈਕਨੋਲੋਜੀ ਜਾਂ ਜਿਹਨੂੰ ਆਪਾਂ ਅੱਜ ਕੱਲ੍ਹ ਦੀ ਡਿਜੀਟਲ ਏਜ ਜਾਂ ਟੈਕਨੋਲੋਜੀ ਕਹਿੰਦੇ ਹਾਂ, ਉਹ ਉਹਦੇ ਵਿੱਚ ਯੂਜ਼ ਹੁੰਦੀ ਹੈ। ਜਿਵੇਂ ਪਹਿਲਾਂ ਜਦੋਂ ਆਪਾਂ ਬੈਂਕਿੰਗ ਫੋਰ ਐਗਜ਼ਾਮਪਲ ਆਪਾਂ ਯੂਜ਼ ਕਰਦੇ ਸੀ, ਤਾਂ ਆਪਾਂ ਬੈਂਕ ਜਾਂਦੇ ਸੀ ਇੱਕ ਪਾਸਬੁੱਕ ਲੈ ਕੇ, ਉੱਥੇ ਸਾਨੂੰ ਕਿਸੇ ਨੂੰ ਇੱਕ ਟੈਲਰ ਨੂੰ ਮਿਲਦੇ ਸੀ ਜਿਹਦੇ ਨਾਲ ਥਰੂ ਆਪਾਂ ਆਪਣਾ ਬੈਂਕਿੰਗ ਦਾ ਕੰਮ ਕਰਦੇ ਸੀ। ਹੁਣ ਅੱਜ ਦੀ ਡੇਟ ਦੇ ਵਿੱਚ ਜਦੋਂ ਉਹ ਡਿਜੀਟਲ ਟਰਾਂਸਫਾਰਮੇਸ਼ਨ ਹੋ ਗਈ ਜਾਂ ਬੈਂਕਸ ਜ਼ਿਆਦਾ ਤੋਂ ਜ਼ਿਆਦਾ ਡਿਜੀਟਲਾਈਜ਼ ਹੋ ਰਹੇ ਹੈ, ਅੱਜ ਦੀ ਡੇਟ 'ਚ ਸਾਨੂੰ ਆਪਣੇ ਘਰ ਬੈਠਿਆਂ ਆਪਣੇ ਲੈਪਟਾਪ ਤੇ ਹੀ ਉਹ ਸਾਰੀਆਂ ਸਹੂਲਤਾਂ ਹੈ। ਆਪਾਂ ਆਪਣਾ ਬੈਲੈਂਸ ਚੈੱਕ ਕਰ ਸਕਦੇ ਹਾਂ, ਆਪਾਂ ਕੋਈ ਟ੍ਰਾਂਜੈਕਸ਼ਨ ਕਰ ਸਕਦੇ ਹਾਂ, ਜਿਹਦੇ ਲਈ ਹੁਣ ਸਾਨੂੰ ਬੈਂਕ ਜਾਣ ਦੀ ਵੀ ਲੋੜ ਨਹੀਂ। ਸੋ ਉਹ ਪੋਸੀਬਲ ਕਿੱਦਾਂ ਹੋਇਆ? ਉਹ ਡਿਜੀਟਲ ਟਰਾਂਸਫਾਰਮੇਸ਼ਨ ਦੇ ਨਾਲ ਹੀ ਪੋਸੀਬਲ ਹੋਇਆ, ਕਿਉਂਕਿ ਜਦੋਂ ਹੁਣ ਚੀਜ਼ਾਂ ਡਿਜੀਟਾਈਜ਼ ਹੋ ਰਹੀਆਂ ਨੇ, ਉਸ ਟਾਈਮ ਤੇ ਇਹ ਜ਼ਰੂਰੀ ਵੀ ਹੈ ਕਿ ਇਨਸਾਨ ਕੋਲ ਟਾਈਮ ਜਿੰਨਾ ਘਟਦਾ ਜਾ ਰਿਹਾ ਹੈ, ਬਿਕੋਜ਼ ਲਾਈਫ ਬਿਜ਼ੀ ਹੁੰਦੀ ਜਾ ਰਹੀ ਹੈ, ਉਹਦੇ ਹਿਸਾਬ ਨਾਲ ਸਾਨੂੰ ਉਹ ਚੀਜ਼ਾਂ ਨੂੰ ਆਸਾਨ ਤਰੀਕਿਆਂ ਦੇ ਨਾਲ ਕਰਨ ਦੀ ਇੱਕ ਆਜ਼ਾਦੀ ਮਿਲ ਗਈ। ਹੁਣ ਇਹ ਜ਼ਰੂਰੀ ਕਿਉਂ ਹੈ ਕਿ ਡਿਜੀਟਲ ਟਰਾਂਸਫਾਰਮੇਸ਼ਨ ਆਪਾਂ ਸਾਰੇ ਪਾਸੇ ਸੁਣ ਰਹੇ ਹਾਂ ਕਿ ਸਾਰੇ ਫੀਲਡ ਸਾਰੇ ਬਿਜ਼ਨੈਸਿਸ ਵਿੱਚ ਹੋ ਰਿਹਾ ਹੈ, ਪਰ ਉਹ ਜ਼ਰੂਰੀ ਹੈ ਕਿਉਂ? ਉਹ ਜ਼ਰੂਰੀ ਇਸ ਕਰਕੇ ਹੈ ਕਿ ਅੱਜ ਟਾਈਮ ਚੇਂਜ ਹੋ ਰਿਹਾ ਹੈ। ਪਹਿਲੇ ਟਾਈਮ ਵਿੱਚ ਲੋਕਾਂ ਕੋਲ ਸਮਾਂ ਜ਼ਿਆਦਾ ਸੀ ਤੇ ਐਜੂਕੇਸ਼ਨ, ਜਿਹਨੂੰ ਡਿਜੀਟਲ ਐਜੂਕੇਸ਼ਨ ਸੀ, ਉਹ ਇੰਨੀ ਜ਼ਿਆਦਾ ਨਹੀਂ ਸੀ। ਹੁਣ ਕੀ ਹੈ, ਸਮਾਂ ਚੇਂਜ ਹੋ ਰਿਹਾ ਹੈ। ਹੁਣ ਅੱਜ ਕੱਲ੍ਹ ਬੱਚੇ ਜਦੋਂ ਪੜ੍ਹਦੇ ਹੈ ਤਾਂ ਸਬਜੈਕਟਸ ਦੇ ਨਾਲ ਨਾਲ ਉਹਨਾਂ ਨੂੰ ਕੰਪਿਊਟਰ ਇੱਕ ਮੈਂਡੇਟਰੀ ਸਬਜੈਕਟ ਹੈ ਉਹਨਾਂ ਲਈ। ਕਿਉਂ? ਕਿਉਂਕਿ ਚੀਜ਼ਾਂ ਤੇਜ਼ੀ ਦੇ ਨਾਲ ਕੰਪਿਊਟਰਾਈਜ਼ ਹੋ ਰਹੀਆਂ। ਹੁਣ ਚਾਹੇ ਉਹ ਗੱਡੀਆਂ ਲੈ ਲਓ, ਚਾਹੇ ਤੁਸੀਂ ਉਹ ਮਿਊਜ਼ਿਕ ਇੰਸਟਰੂਮੈਂਟਸ ਲੈ ਲਓ, ਹਰ ਚੀਜ਼ ਦੇ ਵਿੱਚ ਕੰਪਿਊਟਰ ਚਿਪਸ ਇਨਵੋਲਵਡ ਹੈ। ਇੱਕ ਛੋਟੇ ਜਿਹੇ ਮੋਬਾਈਲ ਫੋਨ ਨਾਲ ਤੁਸੀਂ ਘਰ ਬੈਠੇ ਹਰ ਚੀਜ਼ ਦੇਖ ਸਕਦੇ ਹੋ, ਦੁਨੀਆ 'ਚ ਕਿਤੇ ਵੀ ਹੋ ਰਹੀ ਹੈ। ਤਾਂ ਉਹ ਉਸ ਚੀਜ਼ ਨੂੰ ਕਰਨ ਲਈ ਹੁਣ ਜਦੋਂ ਸਾਰੇ ਫੀਲਡ ਇਸ ਤਰ੍ਹਾਂ ਜਾ ਰਹੇ ਹੈ, ਤਾਂ ਕੋਈ ਵੀ ਜਿਹੜੀ ਚੀਜ਼ ਪਿੱਛੇ ਰਹਿ ਜਾਊਗੀ, ਉਹਨੂੰ ਓਬਵੀਅਸਲੀ ਇੱਕ ਕਸਟਮਰ ਜਿਹੜਾ ਹੈ ਉਹਨੂੰ ਘੱਟ ਲਾਈਕ ਕਰਨਗੇ, ਜਾਂ ਕਸਟਮਰਸ ਨੂੰ ਉਹ ਚੀਜ਼ ਜ਼ਿਆਦਾ ਟੀਡੀਅਸ ਲੱਗੂਗੀ। ਇਸ ਕਰਕੇ ਉਹ ਡਿਜੀਟਲ ਟਰਾਂਸਫਾਰਮੇਸ਼ਨ ਜ਼ਰੂਰੀ ਇਸ ਕਰਕੇ ਹੋ ਗਿਆ, ਕਿਉਂਕਿ ਜਦੋਂ ਸਾਰੀ ਚੀਜ਼ਾਂ ਉਹਦੇ ਨਾਲ ਜੁੜ ਰਹੀਆਂ, ਤਾਂ ਫਿਰ ਜਿਹੜੀ ਵੀ ਫੀਲਡ ਇੱਕ ਪਿੱਛੇ ਰਹਿ ਜਾਊਗਾ, ਉਹ ਫੀਲਡ ਨੂੰ ਅੱਗੇ ਆ ਕੇ ਆਪਣੇ ਆਪ ਨੂੰ ਡਿਜੀਟਲਾਈਜ਼ ਕਰਨਾ ਪਊਗਾ, ਤਾਂ ਕਿ ਉਹ ਜਿਹੜੇ ਕਸਟਮਰਸ ਜਾਂ ਜਿਹੜੇ ਉਹਨਾਂ ਦੇ ਵਿਊਅਰਸ ਜਾਂ ਜਿਹੜੇ ਉਹਨਾਂ ਦੀ ਆਡੀਅנס ਸੀਗੀ, ਉਹ ਉਹਨਾਂ ਤੋਂ ਸ਼ਨ ਨਾ ਕਰਦੇ ਤੇ ਦੂਸਰੇ ਚੀਜ਼ਾਂ ਨੂੰ ਜ਼ਿਆਦਾ ਅਪਣਾਉਣ ਦੀ ਕੋਸ਼ਿਸ਼ ਨਾ ਕਰੇ। ਹੁਣ ਜਿਹੜੇ ਮੇਨ ਡਰਾਈਵਰਸ ਹੈਗੇ ਡਿਜੀਟਲ ਟਰਾਂਸਫਾਰਮੇਸ਼ਨ ਦੇ, ਉਹਨਾਂ 'ਚ ਪਹਿਲਾ ਡਰਾਈਵਰ ਹੈ ਟੈਕਨੋਲੋਜੀ। ਟੈਕਨੋਲੋਜੀ ਤੋਂ ਬਿਨਾਂ ਡਿਜੀਟਲ ਟਰਾਂਸਫਾਰਮੇਸ਼ਨ ਤਾਂ ਆਪਾਂ ਨਹੀਂ ਸੋਚ ਸਕਦੇ, ਕਿਉਂਕਿ ਜਦੋਂ ਵੀ ਆਪਾਂ ਕੋਈ ਚੀਜ਼ ਨੂੰ ਡਿਜੀਟਲੀ ਟਰਾਂਸਮਿਟ ਕਰਨਾ ਹੈ ਤਾਂ ਉੱਥੇ ਟੈਕਨੋਲੋਜੀ ਯੂਜ਼ ਹੋਣੀ ਹੈ। ਹੁਣ ਚਾਹੇ ਆਪਾਂ ਆਡੀਓ ਟਰਾਂਸਮਿਟ ਕਰ ਰਹੇ ਹਾਂ, ਚਾਹੇ ਆਪਾਂ ਵੀਡੀਓ ਟਰਾਂਸਮਿਟ ਕਰ ਰਹੇ ਹਾਂ, ਬਟ ਜਿਹੜੀ ਵੀ ਚੀਜ਼ ਆਪਾਂ ਟਰਾਂਸਮਿਟ ਕਰਨੀ ਹੈ ਉਹਦੇ ਲਈ ਸਾਨੂੰ ਨੈਟਵਰਕਸ ਜਾਂ ਕੰਪਿਊਟਰ ਦੀ ਲੋੜ ਹੈ। ਹੁਣ ਜਿਹੜੀ ਚੀਜ਼ ਨੂੰ ਆਪਾਂ ਟਰਾਂਸਮਿਟ ਕਰਨਾ ਹੈ ਉਹ ਵੀ ਡਿਜੀਟਲ ਹੋਣੀ ਜ਼ਰੂਰੀ ਹੈ, ਕਿਉਂਕਿ ਡਿਜੀਟਲ ਜਦ ਤੱਕ ਉਹ ਚੀਜ਼ ਨਹੀਂ ਹੈ, ਡਿਜੀਟਲ ਫਾਰਮ ਦੇ ਵਿੱਚ ਨਹੀਂ ਹੈ, ਉਹਨੂੰ ਟਰਾਂਸਮਿਟ ਨਹੀਂ ਕੀਤਾ ਜਾ ਸਕਦਾ। ਹੁਣ ਉਸ ਚੀਜ਼ ਨੂੰ ਡਿਜੀਟਲ ਬਣਾਉਣ 'ਚ ਕਈ ਚੀਜ਼ਾਂ ਹੈਲਪਫੁਲ ਹੈ। ਹੁਣ ਆਪਾਂ ਪਿਕਚਰਸ ਟਰਾਂਸਫਰ ਕਰ ਸਕਦੇ ਹਾਂ, ਆਪਾਂ ਵੀਡੀਓਜ਼ ਟਰਾਂਸਫਰ ਕਰ ਸਕਦੇ ਹਾਂ, ਆਪਾਂ ਆਡੀਓਜ਼ ਟਰਾਂਸਫਰ ਕਰ ਸਕਦੇ ਹਾਂ। ਇੱਥੇ ਤੱਕ ਕਿ ਆਪਾਂ ਲਾਈਵ ਸਟਰੀਮਿੰਗ ਵੀ ਕਰ ਸਕਦੇ ਹਾਂ ਕਿ ਕੋਈ ਇਵੈਂਟ ਦੁਨੀਆ ਦੇ ਕਿਸੇ ਹਿੱਸੇ 'ਚ ਹੋ ਰਿਹਾ ਹੈ ਤੇ ਬਾਕੀ ਹਿੱਸੇ 'ਚ ਉਹਨੂੰ ਬੈਠ ਕੇ ਲਾਈਵ ਦੇਖਿਆ ਜਾ ਸਕਦਾ। ਪੰਜਾਬੀ ਪੋਇਟਰੀ ਨੂੰ ਡਿਜੀਟਲ ਟਰਾਂਸਫਾਰਮੇਸ਼ਨ ਦੀ ਕੀ ਲੋੜ ਹੈ? ਹੁਣ ਜਿਵੇਂ ਕਿ ਆਪਾਂ ਦੇਖਦੇ ਹਾਂ, ਪੰਜਾਬੀ ਇੱਕ ਜਿਹੜੀ ਸਾਡੀ ਲੈਂਗੁਏਜ ਹੈ ਉਹ ਬਹੁਤ ਪੁਰਾਣੀ ਲੈਂਗੁਏਜ ਹੈ, ਔਰ ਉਹਦੇ 'ਚ ਬਹੁਤ ਸਾਰਾ ਲਿਟਰੇਚਰ ਹੈ। ਹੁਣ ਇੱਦਾਂ ਹੀ ਵਰਲਡ ਦੀ ਹੋਰ ਵੀ ਲੈਂਗੁਏਜਿਸ ਹੈ ਜਿਹੜੀਆਂ ਕਿ ਪੰਜਾਬੀ ਵਾਂਗੂ ਹੀ ਹੈ, ਔਰ ਜਿਹੜੀਆਂ ਉਸ ਕਲਚਰ ਨੂੰ ਰਿਪਰੈਜ਼ੈਂਟ ਕਰਦੀਆਂ ਹੈ, ਜਿਹੜੀ ਕੰਟਰੀਜ਼ ਤੋਂ ਜਿਹੜੇ ਓਰੀਜਨ ਤੋਂ ਉਹ ਲੈਂਗੁਏਜਿਸ ਆਈਆਂ।
ਹੁਣ ਜਦੋਂ ਬਾਕੀ ਲੈਂਗੁਏਜਸ ਦੇ ਨਾਲ ਆਪਾਂ ਪੰਜਾਬੀ ਨੂੰ ਮੈਚ ਕਰਨਾ ਹੈ ਤਾਂ ਉੱਥੇ ਸਾਨੂੰ ਡਿਜੀਟਲ ਟਰਾਂਸਫੋਰਮੇਸ਼ਨ ਦੀ ਲੋੜ ਪਊਗੀ, ਤਾਂ ਕਿ ਜਿਹੜੇ ਦੂਰ ਦਰਾਜ ਬੈਠੇ ਪੰਜਾਬੀ ਹੈ ਉਸ ਲਿਟਰੇਚਰ ਨੂੰ ਪੜ੍ਹਨਾ ਚਾਹੁੰਦੇ ਹੈ ਜਾਂ ਉਸ ਲਿਟਰੇਚਰ ਦੇ ਵਿੱਚ ਹੋਰ ਰਿਸਰਚ ਕਰਨਾ ਚਾਹੁੰਦੇ ਹੈ, ਉਹਨਾਂ ਤੱਕ ਉਹ ਲੈਂਗੁਏਜ ਜਾਂ ਲਿਟਰੇਚਰ ਕਿਵੇਂ ਪਹੁੰਚਾਇਆ ਜਾਵੇ। ਤੇ ਨਾਲੇ ਇਹਦੀ ਨੀਡ ਇਹ ਵੀ ਹੈ ਕਿ ਜਿੱਦਾਂ ਹੁਣ ਬਦਲਦੇ ਟਾਈਮ ਵਿੱਚ ਹਰ ਚੀਜ਼ ਡਿਜੀਟਾਈਜ਼ ਹੋ ਰਹੀ ਹੈ, ਉਦੋਂ ਆਪਾਂ ਹਰਗਿਜ਼ ਨਹੀਂ ਚਾਹੁੰਦੇ ਕਿ ਸਾਡੀ ਜਿਹੜੀ ਮਾਂ ਬੋਲੀ ਪੰਜਾਬੀ ਹੈ ਕਿਸੇ ਵੀ ਪੱਖੋਂ ਪਿਛੜ ਕੇ ਰਹਿ ਜਾਵੇ। ਹੁਣ ਡਿਜੀਟਲ ਟਰਾਂਸਫਰਮੇਸ਼ਨ ਜਦੋਂ ਵੀ ਕਿਸੇ ਚੀਜ਼ ਦੀ ਕੀਤੀ ਜਾਂਦੀ ਹੈ, ਉਹਦੇ ਸਾਹਮਣੇ ਕੁਝ ਚੈਲੰਜਸ, ਕੁਝ ਰੁਕਾਵਟਾਂ ਹੁੰਦੀਆਂ। ਜਿਵੇਂ ਕਿ ਸਭ ਤੋਂ ਪਹਿਲਾਂ ਐਜੂਕੇਸ਼ਨ ਦਾ ਇੱਕ ਚੈਲੰਜ ਹੈ ਸਾਡੇ ਸਾਹਮਣੇ ਕਿ ਜਿਹੜੇ ਸਾਡੇ ਪੋਇਟਸ ਔਰ ਰੀਡਰਸ ਹੈ, ਉਹ ਲਿਟਰੇਚਰ ਤੇ ਤਾਂ ਮਹਾਰਤ ਹੀ ਹੈ, ਬਟ ਜਦੋਂ ਗੱਲ ਆਉਂਦੀ ਹੈ ਕੰਪਿਊਟਰਸ ਜਾਂ ਡਿਜੀਟਾਈਜੇਸ਼ਨ ਦੀ, ਉਹਦੇ 'ਚ ਉਹਨਾਂ ਦੀ ਐਜੂਕੇਸ਼ਨ ਜਾਂ ਉਹਦੇ 'ਚ ਉਹਨਾਂ ਦੀ ਨੌਲੇਜ ਜਾਂ ਅਵੇਅਰਨੈਸ ਬਹੁਤ ਘੱਟ ਹੈ। ਹਾਲੇ ਵੀ ਜੇ ਆਪਾਂ ਕੰਪੇਅਰ ਕਰੀਏ ਉਹਨਾਂ ਨੂੰ ਕੁਝ ਵੈਸਟਰਨ ਕੰਟਰੀਜ਼ ਦੇ ਨਾਲ, ਤੇ ਉਹਨਾਂ ਪੋਇਟਸ ਨੂੰ ਤੇ ਰੀਡਰਸ ਨੂੰ ਜਦੋਂ ਆਪਾਂ ਐਜੂਕੇਟ ਕਰਾਂਗੇ ਇਹਦੇ ਬੈਨੀਫਿਟਸ ਬਾਰੇ ਔਰ ਇਹ ਜੋ ਆਪਾਂ ਕਰਨ ਜਾ ਰਹੇ ਹਾਂ ਇਹਦੇ ਬਾਰੇ, ਜਾਂ ਇਹਦਾ ਕੀ ਸਹੂਲੀਅਤ ਜਾਂ ਇਹਦਾ ਕੀ ਫਾਇਦਾ ਹੋਊਗਾ ਆਪਣੀ ਲੈਂਗੁਏਜ ਨੂੰ, ਉਹ ਇੱਕ ਵੱਡਾ ਚੈਲੰਜ ਹੈ ਸਾਡੇ ਸਾਹਮਣੇ। ਨਾ ਜਸਟ ਕਿ ਪੋਇਟਸ ਬਲਕਿ ਜਿਹੜੇ ਰੀਡਰਸ ਹੈ, ਜਿਹੜੇ ਉਹਨਾਂ ਦੀ ਆਡੀਅੰਸ ਹੈ, ਉਹਨਾਂ ਨੂੰ ਵੀ ਐਜੂਕੇਟ ਕਰਨਾ ਪਵੇਗਾ ਕਿ ਜਿਹੜੇ ਨਵੇਂ ਚੈਨਲਸ, ਨਵੇਂ ਮਾਧਿਅਮ ਹੈ ਡਿਜੀਟਾਈਜੇਸ਼ਨ ਦੇ, ਉਹਨਾਂ ਨਾਲ ਆਪਾਂ ਪੰਜਾਬੀ ਲਿਟਰੇਚਰ ਨੂੰ ਜਾਂ ਪੋਇਟਰੀ ਨੂੰ ਉਹਨਾਂ ਤੱਕ ਕਿਵੇਂ ਪਹੁੰਚਾ ਸਕਦੇ ਹਾਂ। ਦੂਸਰਾ ਜਿਹੜਾ ਚੈਲੰਜ ਹੈ ਉਹ ਹੈ ਜਿਹੜਾ ਜਿੰਨਾ ਵੀ ਅੱਜ ਤੱਕ ਕੰਮ ਕੀਤਾ ਗਿਆ ਹੈ ਪੰਜਾਬੀ ਲੈਂਗੁਏਜ 'ਚ, ਉਹ ਸਾਰਾ ਜਿਹੜਾ ਹੈ ਉਹ ਜ਼ਿਆਦਾਤਰ ਪ੍ਰਿੰਟ ਮੀਡੀਆ ਦੇ ਵਿੱਚ ਹੈ। ਉਹਨੂੰ ਗਾ ਕੇ ਬੋਲਿਆ ਗਿਆ ਜਾਂ ਉਹਨੂੰ ਪ੍ਰਿੰਟ ਮੀਡੀਆ 'ਚ ਛਾਪਿਆ ਗਿਆ, ਪਰ ਉਹਦੇ ਨਾਲ ਹੋਇਆ ਕਿ ਜਦੋਂ ਹੁਣ ਗਲੋਬਲਾਈਜੇਸ਼ਨ ਹੋਈ, ਪੰਜਾਬੀ ਪਹੁੰਚ ਕੇ ਦੂਰ ਦੇਸ਼ਾਂ ਵਿੱਚ, ਉੱਥੇ ਜਾ ਕੇ ਜਦੋਂ ਉਹਨਾਂ ਨੂੰ ਲੋੜ ਮਹਿਸੂਸ ਹੋਈ ਕਿ ਅਸੀਂ ਉਸ ਲਿਟਰੇਚਰ ਨੂੰ ਕਿਵੇਂ ਦੁਬਾਰਾ ਤੋਂ ਪੜ੍ਹੀਏ ਜਾਂ ਕਿਵੇਂ ਉਹ ਤੋਂ ਫਾਇਦਾ ਚੁੱਕੀਏ, ਉੱਥੇ ਜਾ ਕੇ ਇਹ ਲੋੜ ਮਹਿਸੂਸ ਹੋਈ ਕਿ ਉਸ ਪ੍ਰਿੰਟ ਮੀਡੀਆ ਨੂੰ ਜਾਂ ਉਸ ਲਿਟਰੇਚਰ ਨੂੰ ਹੁਣ ਡਿਜੀਟਲ ਫਾਰਮ 'ਚ ਕਿਵੇਂ ਲਿਆਂਦਾ ਜਾਵੇ ਤੇ ਉਹਨੂੰ ਟਰਾਂਸਮਿਟ ਕੀਤਾ ਜਾਵੇ। ਹੋਰ ਇੱਕ ਲੋੜ ਹੈ, ਜਿਵੇਂ ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਕਿਤੇ ਕੋਈ ਪੋਇਟਰੀ ਦਾ ਕੋਈ ਇਵੈਂਟ ਹੋ ਰਿਹਾ ਹੈ, ਕੋਈ ਮੁਸ਼ਾਇਰਾ ਹੋ ਰਿਹਾ ਹੈ, ਤੇ ਉੱਥੋਂ ਆਡੀਅੰਸ ਜਿਹੜੀ ਉੱਥੇ ਦੀ ਲੋਕਲ ਆਡੀਅੰਸ ਹੈ ਉਹ ਤਾਂ ਉੱਥੇ ਪਹੁੰਚ ਕੇ ਉਹਦਾ ਫਾਇਦਾ ਚੁੱਕ ਸਕਦੀ ਹੈ, ਪਰ ਜਿਹੜੇ ਪੰਜਾਬੀ ਰੀਡਰਸ ਜਾਂ ਪੰਜਾਬੀ ਜਿਹੜੇ ਲਿਸਨਰਸ ਹੈ, ਜਿਹੜੇ ਦੂਰ ਦਰਾਜ ਕਿਤੇ ਬੈਠੇ ਹੈ, ਉਹਨਾਂ ਨੂੰ ਉੱਥੇ ਪਹੁੰਚਣ ਦੇ ਵਿੱਚ ਆਪਣੇ ਆਪ 'ਚ ਇੱਕ ਚੈਲੰਜ ਆਉਂਦਾ ਹੈ। ਬਟ ਜੇਕਰ ਆਪਾਂ ਡਿਜੀਟਲ ਟਰਾਂਸਫੋਰਮੇਸ਼ਨ ਨੂੰ ਯੂਜ਼ ਕਰੀਏ ਤਾਂ ਉਹ ਜਿਹੜੀ ਇਵੈਂਟ ਹੈ ਉਹਨੂੰ ਆਪਾਂ ਲਾਈਵ ਟਰਾਂਸਮਿਟ ਕਰ ਸਕਦੇ ਹਾਂ ਅਕ੍ਰੋਸ ਦ ਵਰਲਡ, ਜਿੱਥੇ ਕਿ ਦੂਰ ਦੇਸ਼ਾਂ 'ਚ ਬੈਠੇ ਲੋਕ ਵੀ ਉਹਨੂੰ ਇੱਦਾਂ ਜੁਆਇਨ ਕਰ ਸਕਦੇ ਹਨ ਜਿਵੇਂ ਕਿ ਉਹ ਉਸੇ ਜਗ੍ਹਾ ਤੇ ਬੈਠੇ ਹੋਣ। ਜਿਵੇਂ ਕਿ ਅੱਜ ਕੱਲ੍ਹ ਪੰਜਾਬੀ ਪੂਰੀ ਦੁਨੀਆ ਦੇ ਵਿੱਚ ਹਰ ਦੇਸ਼ ਦੇ ਵਿੱਚ ਜਾ ਕੇ ਵਸੇ ਹੋਏ ਆ। ਹੁਣ ਜਦੋਂ ਇਹ ਡਿਜੀਟਲ ਟਰਾਂਸਫੋਰਮੇਸ਼ਨ ਨਾਲ ਉਹ ਪੰਜਾਬੀ ਪੋਇਟਰੀ ਨੂੰ ਟਰਾਂਸਮਿਟ ਕਰਕੇ ਆਪਾਂ ਦੂਰ ਦਰਾਜ ਦੇ ਉਹਨਾਂ ਦੇ ਲਿਸਨਰਸ ਤੱਕ ਪਹੁੰਚਾਵਾਂਗੇ, ਉਹਦਾ ਇੱਕ ਬਹੁਤ ਵੱਡਾ ਫਾਇਦਾ ਹੋਏਗਾ। ਫਾਇਦਾ ਇਹ ਹੋਏਗਾ ਕਿ ਜਿਹੜੇ ਲੋਕੀ ਅੱਜ ਉੱਥੇ ਜਾ ਕੇ ਫਿਜ਼ੀਕਲੀ ਉਸ ਚੀਜ਼ ਨੂੰ ਪੜ੍ਹ ਨਹੀਂ ਸਕਦੇ, ਉਹਨਾਂ ਤੱਕ ਵੀ ਇਹਨੂੰ ਪਹੁੰਚਾਉਣਾ ਆਸਾਨ ਹੋ ਜਾਏਗਾ। ਉਹਨੂੰ ਪਹੁੰਚਾਉਣ ਦਾ ਮਾਧਿਅਮ ਕੁਛ ਵੀ ਹੋ ਸਕਦਾ ਹੈ, ਕੋਈ ਵੈਬ ਪੋਰਟਲ ਹੋ ਸਕਦਾ ਹੈ, ਕੋਈ YouTube ਚੈਨਲ ਹੋ ਸਕਦਾ ਹੈ, ਜਾਂ ਕੋਈ ਲਾਈਵ ਸਟਰੀਮਿੰਗ ਹੋ ਸਕਦੀ ਹੈ। ਕਿਸੇ ਵੀ ਮਾਧਿਅਮ ਨਾਲ ਆਪਾਂ ਉਹਨੂੰ ਗਲੋਬਲੀ ਪਹੁੰਚਾ ਸਕਦੇ ਹਾਂ। ਹੁਣ ਮਲਟੀਪਲ ਚੈਨਲ ਜਿਵੇਂ ਮੈਂ ਦੱਸਿਆ ਕਿ ਇੱਕ ਚੈਨਲ ਹੋ ਸਕਦਾ ਹੈ ਵੈਬ ਦਾ ਚੈਨਲ, ਜਿੱਥੇ ਕਿ ਕੋਈ ਵੈਬ ਪੋਰਟਲ ਦੇ ਉੱਪਰ ਕੋਈ ਵੀ ਪੰਜਾਬੀ ਲਿਸਨਰ ਜਾਂ ਰੀਡਰ ਜਾ ਕੇ ਪੰਜਾਬੀ ਲਿਟਰੇਚਰ ਨੂੰ ਐਕਸੈਸ ਕਰ ਸਕਦਾ ਹੈ, ਉਹਦੇ ਉੱਤੇ ਉਹਦੇ ਵਿੱਚ ਕੁਝ ਚੀਜ਼ਾਂ ਨੂੰ ਸਰਚ ਕਰ ਸਕਦਾ ਹੈ, ਉਹਨੂੰ ਫਰਦਰ ਰਿਸਰਚ ਲਈ ਯੂਜ਼ ਕਰ ਸਕਦਾ ਹੈ। ਦੂਸਰਾ ਚੈਨਲ ਹੋ ਸਕਦਾ ਹੈ ਕਿ ਵੀਡੀਓ ਸਟਰੀਮਿੰਗ, ਜਿਵੇਂ ਕਿ YouTube ਵਿੱਚ ਬਹੁਤ ਫੇਮਸ ਡਿਜੀਟਲ ਮੀਡੀਆ ਹੈ। YouTube ਦੇ ਉੱਪਰ ਕੋਈ ਵੀ ਲਿਟਰੇਚਰ, ਕੋਈ ਵੀ ਪੋਇਟਰੀ ਨੂੰ ਜਦੋਂ ਆਪਾਂ ਪਬਲਿਸ਼ ਕਰਦੇ ਹਾਂ ਤਾਂ ਉਹਦੀ ਆਟੋਮੈਟਿਕਲੀ ਰੀਚ ਉਸ ਪਲੇਟਫਾਰਮ ਤੇ ਸਾਰੀ ਦੁਨੀਆ 'ਚ ਪਹੁੰਚ ਜਾਂਦੀ ਹੈ। ਇੱਕ ਹੋਰ ਚੈਨਲ ਹੈ ਲਾਈਵ ਸਟਰੀਮਿੰਗ, ਜਿਵੇਂ ਕਿ ਕੋਈ ਨਿਊਜ਼ ਚੈਨਲ ਹੈ ਜਾਂ ਕੋਈ ਜਿਹੜਾ ਲਾਈਵ ਸਟਰੀਮ ਕਰ ਸਕਦਾ ਹੈ ਕਿਸੇ ਚੀਜ਼ ਨੂੰ, ਤਾਂ ਉਹਦੇ ਲਈ ਵੀ ਅੱਜ ਕੱਲ੍ਹ ਇੰਟਰਨੈਟ ਦੇ ਉੱਪਰ ਬਹੁਤ ਸਾਰੇ ਲਾਈਵ ਸਟਰੀਮਿੰਗ ਵਾਲੇ ਚੈਨਲ ਹੈ ਜਿਨ੍ਹਾਂ ਥਰੂ ਆਪਾਂ ਪੰਜਾਬੀ ਪੋਇਟਰੀ ਨੂੰ ਰੀਡਰਸ ਤੱਕ ਪਹੁੰਚਾ ਸਕਦੇ ਹਾਂ। ਇੱਕ ਸਭ ਤੋਂ ਇੰਪੋਰਟੈਂਟ ਜਿਹੜੀ ਓਪੋਰਚੁਨਿਟੀ ਹੈ ਉਹ ਹੈ ਯੂਥ ਇੰਗੇਜਮੈਂਟ। ਜਿੱਦਾਂ ਕਿ ਹੁਣ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਸਾਡਾ ਪੰਜਾਬੀ ਯੂਥ ਜਿਹੜਾ ਹੈ ਉਹ ਪੰਜਾਬੀ ਪੋਇਟਰੀ ਜਾਂ ਲਿਟਰੇਚਰ ਤੋਂ ਦੂਰ ਹੁੰਦਾ ਜਾ ਰਿਹਾ ਹੈ। ਬਹੁਤ ਘੱਟ ਲੋਕ ਹੈ ਜਿਹੜੇ ਇਹਦੇ ਵਿੱਚ ਕੋਈ ਇੰਟਰਸਟ ਲੈਂਦੇ ਆ। ਉਹਦਾ ਰੀਜ਼ਨ ਇਹ ਵੀ ਹੈ ਕਿ ਜਦੋਂ ਪੰਜਾਬੀ ਲਿਟਰੇਚਰ ਨੂੰ ਆਪਾਂ ਦੂਸਰੇ
ਕਿਸੇ ਹੋਰ ਟ੍ਰੇਡ ਦੇ ਨਾਲ ਮੈਚਅਪ ਕਰਦੇ ਹਾਂ ਤਾਂ ਪੰਜਾਬੀ ਲਿਟਰੇਚਰ ਥੋੜਾ ਜਿਹਾ ਪਿਛੜ ਜਾਂਦਾ ਹੈ, ਕਿਉਂਕਿ ਅੱਜ ਤੱਕ ਇਹਦੇ 'ਚ ਪੂਰੀ ਤਰ੍ਹਾਂ ਡਿਜੀਟਾਈਜੇਸ਼ਨ ਨਹੀਂ ਹੋਈ। ਬਟ ਜਿਹੜਾ ਸਾਡਾ ਯੂਥ ਹੈ ਉਹ ਹਰ ਚੀਜ਼ ਕੁਇਕ ਚਾਹੁੰਦਾ ਹੈ। ਉਹਦੇ ਹੱਥ ਵਿੱਚ ਫੋਨ ਦੇ ਦਿਓ ਤਾਂ ਉਹ ਤੁਹਾਨੂੰ ਉਸੇ ਟਾਈਮ ਕੁਛ ਵੀ ਉਹਨੂੰ ਚੀਜ਼ ਉਹਦੇ ਡਿਸਪੋਜ਼ਲ ਤੇ ਹੁੰਦੀ ਹੈ, ਜਿਹੜੀ ਕਿ ਅਦਰਵਾਈਜ਼ ਪਹਿਲੇ ਜ਼ਮਾਨੇ 'ਚ ਉਹਦੇ 'ਚ ਬਹੁਤ ਜ਼ਿਆਦਾ ਐਫਰਟ ਕਰਨਾ ਪੈਂਦਾ ਸੀ। ਜਦੋਂ ਆਪਾਂ ਪੰਜਾਬੀ ਲਿਟਰੇਚਰ ਨੂੰ ਡਿਜੀਟਾਈਜ਼ ਕਰਾਂਗੇ ਤਾਂ ਉਹਦੇ ਨਾਲ ਕੀ ਹੋਊਗਾ, ਯੂਥ ਉਹਦੇ ਨਾਲ ਜੁੜਨਾ ਸ਼ੁਰੂ ਹੋਊਗਾ। ਜਦੋਂ ਯੂਥ ਨੂੰ ਉਹ ਚੀਜ਼ ਉਹਨਾਂ ਦੇ ਡਿਸਪੋਜ਼ਲ ਤੇ ਉਹਨਾਂ ਦੇ ਘਰ ਬੈਠਿਆਂ ਮਿਲੇਗੀ ਤਾਂ ਉਹ ਉਹਦੇ ਉੱਪਰ ਹੋਰ ਰਿਸਰਚ ਕਰਕੇ ਉਹਦੇ ਨਾਲ ਜੁੜਨ ਦੀ ਕੋਸ਼ਿਸ਼ ਕਰਨਗੇ। ਇਹਦੇ ਨਾਲ ਪੰਜਾਬੀ ਜਿਹੜੀ ਹੈ ਉਹਨੂੰ ਇੱਕ ਹੋਰ ਨਵੇਂ ਸਿਰੇ ਤੋਂ ਇੱਕ ਹੋਰ ਲੋਕੀ ਉਹਨੂੰ ਸਰਾਹਣਗੇ ਤੇ ਉਹਦੇ ਉੱਪਰ ਹੋਰ ਜ਼ਿਆਦਾ ਕੰਮ ਹੋਏਗਾ। ਪੰਜਾਬੀ ਪੋਇਟਰੀ ਦੇ ਪਾਸ ਦੇ ਵਿੱਚ ਪੋਇਮਸ ਲਿਖੀਆਂ ਜਾਂਦੀਆਂ ਸੀ ਔਰ ਉਸਨੂੰ ਬਾਅਦ ਵਿੱਚ ਪ੍ਰਿੰਟ ਕਰਵਾਇਆ ਜਾਂਦਾ ਸੀ। ਪਰ ਅੱਜਕੱਲ ਪ੍ਰੈਜ਼ੈਂਟਲੀ ਕੀ ਹੋ ਰਿਹਾ ਹੈ ਕਿ ਜੋ ਵੀ ਤੁਹਾਡੇ ਕੋਲ ਕਵਿਤਾਵਾਂ ਹੈ, ਜੋ ਵੀ ਤੁਸੀਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ, ਅਸੀਂ ਉਸਨੂੰ ਸੋਸ਼ਲ ਮੀਡੀਆ ਦੇ ਥਰੂ ਈਜ਼ੀਲੀ ਕਿਸੇ ਤੱਕ ਪਹੁੰਚਾ ਸਕਦੇ ਹਾਂ। ਹੁਣ ਇਸ ਦੇ ਵਿੱਚ ਇਸ਼ੂਜ਼ ਬਹੁਤ ਹਨ, ਚੈਲੰਜਸ ਬਹੁਤ ਹਨ, ਅਸੀਂ ਉਸਨੂੰ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਕਿ ਇਸ ਦੇ ਵਿੱਚ ਇਸ਼ੂਜ਼ ਕੀ ਹਨ। ਸਭ ਤੋਂ ਵੱਡੇ ਇਸ਼ੂਜ਼ ਇਹ ਹਨ ਕਿ ਇਸ ਪੰਜਾਬੀ ਦੇ ਵਿੱਚ ਬਹੁਤ ਸਾਰੇ ਫੌਂਟਸ ਹਨ, ਜਿਸ ਦੇ ਅਕੋਰਡਿੰਗਲੀ ਅਸੀਂ ਅਗਰ ਕੁਝ ਟਾਈਪਿੰਗ ਕਰਦੇ ਹਾਂ, ਸਾਡੇ ਕੀਬੋਰਡ ਦੇ ਕੈਰੈਕਟਰਸ ਡਿਫਰੈਂਟ ਚੀਜ਼ਾਂ ਸ਼ੋ ਕਰਦੇ ਹਨ। ਕਿਹੜਾ ਫੌਂਟ ਯੂਜ਼ ਕਰਨਾ ਚਾਹੀਦਾ ਹੈ, ਕਿਹੜਾ ਨਹੀਂ ਯੂਜ਼ ਕਰਨਾ ਚਾਹੀਦਾ, ਕਿਵੇਂ ਇੱਕ ਫੌਂਟ ਦੇ ਤੋਂ ਦੂਸਰੇ ਦੇ ਵਿੱਚ ਅਸੀਂ ਕਨਵਰਟ ਕਰ ਸਕਦੇ ਹਾਂ, ਉਸਦੇ ਵਾਸਤੇ ਕਿਹੜੇ ਸੌਫਟਵੇਅਰਸ ਹੁੰਦੇ ਹਨ, ਉਸਦੇ ਬਾਰੇ ਸਾਨੂੰ ਕੋਈ ਨੌਲੇਜ ਨਹੀਂ ਹੈ। ਯੂਨੀਕੋਡ ਇੱਕ ਐਸਾ ਫੌਂਟ ਹੈ ਜੋ ਹਰ ਜਗ੍ਹਾ ਤੇ ਈਜ਼ੀਲੀ ਅਵੇਲੇਬਲ ਹੈ ਔਰ ਜਦੋਂ ਤੁਸੀਂ ਯੂਨੀਕੋਡ ਦੀ ਫਾਈਲ ਕਿਸੇ ਨੂੰ ਸੈਂਡ ਕਰਦੇ ਹੋ ਤਾਂ ਉਹ ਈਜ਼ੀਲੀ ਉਸਨੂੰ ਪੜ੍ਹ ਸਕਦੇ ਹਨ। ਬਟ ਯੂਨੀਕੋਡ ਦੇ ਵਿੱਚ ਟਾਈਪਿੰਗ ਬਹੁਤ ਮੁਸ਼ਕਿਲ ਹੈ। ਪੰਜਾਬੀ ਦੇ ਸਾਡੇ ਕੀਬੋਰਡਸ ਨਹੀਂ ਹਨ, ਜੋ ਵੀ ਕੈਨੇਡਾ, ਇੰਡੀਆ ਦੇ ਵਿੱਚ ਯੂਜ਼ ਹੋ ਰਹੇ ਹਨ, ਸਾਰੇ ਕੀਬੋਰਡਸ ਇੰਗਲਿਸ਼ ਦੇ ਹਨ। ਸਾਨੂੰ ਪੰਜਾਬੀ ਦੇ ਫੌਂਟਸ ਵਿੱਚ ਟਾਈਪਿੰਗ ਬਹੁਤ ਮੁਸ਼ਕਿਲ ਲੱਗਦੀ ਹੈ। ਬਹੁਤ ਪ੍ਰੈਕਟਿਸ ਦੇ ਨਾਲ ਕੋਈ ਇਸ ਦੀ ਟਾਈਪਿੰਗ ਪ੍ਰੋਪਰਲੀ ਸਿੱਖ ਸਕਦਾ ਹੈ। ਇਹਨਾਂ ਮੁਸ਼ਕਿਲਾਂ ਦੇ ਹੱਲ ਵਾਸਤੇ ਬਹੁਤ ਸਾਰੇ ਸੌਫਟਵੇਅਰ ਬਣੇ ਹਨ, ਜਿਹੜੇ ਸੌਫਟਵੇਅਰ ਕੀ ਪੰਜਾਬੀ ਲੈਂਗੁਏਜ ਨੂੰ ਪ੍ਰੋਸੈਸ ਕਰਕੇ ਉਸਦੇ ਵਿੱਚ ਟ੍ਰਾਂਸਲੇਸ਼ਨ ਕਰ ਸਕਦੇ ਹਨ ਕਿਸੇ ਹੋਰ ਦੂਸਰੀ ਲੈਂਗੁਏਜ ਦੇ ਵਿੱਚ, ਸਾਨੂੰ ਲਿਖਣ ਵਿੱਚ ਬਹੁਤ ਸੀ ਮਦਦ ਕਰ ਸਕਦੇ ਹਨ। ਅੱਜ ਅਸੀਂ ਉਸ ਤਰ੍ਹਾਂ ਦੇ ਸੌਫਟਵੇਅਰਸ ਬਾਰੇ ਕੁਝ ਡਿਸਕਸ਼ਨ ਕਰਾਂਗੇ। ਉਸ ਤੋਂ ਪਹਿਲਾਂ ਸਾਨੂੰ ਜਾਣਨ ਦੀ ਲੋੜ ਹੈ NLP ਕੀ ਹੈ। NLP is called Natural Language Processing। NLP ਉਹ ਸੌਫਟਵੇਅਰ ਹੈ ਜੋ ਆਮ ਲੋਕਾਂ ਦੀ ਬੋਲੀ ਨੂੰ ਸਮਝਦਾ ਹੈ ਅਤੇ ਉਸ ਵਿੱਚ ਜਵਾਬ ਦਿੰਦਾ ਹੈ। ਪਹਿਲੇ ਜਦੋਂ ਕੰਪਿਊਟਰ ਸਟਾਰਟ ਹੋਏ ਤਾਂ ਕੰਪਿਊਟਰ ਸਿਰਫ ਇੱਕ ਕੰਪਿਊਟਰ ਲੈਂਗੁਏਜ ਸਮਝਦੇ ਸੀ ਔਰ ਜਿਸ ਨੂੰ ਉਹ ਕੰਪਿਊਟਰ ਲੈਂਗੁਏਜ ਨਹੀਂ ਆਉਂਦੀ ਉਹ ਕੰਪਿਊਟਰ ਨੂੰ ਯੂਜ਼ ਨਹੀਂ ਕਰ ਸਕਦੇ ਸੀ। ਪਰ ਹੁਣ ਕੰਪਿਊਟਰਸ ਨੈਚੁਰਲ ਲੈਂਗੁਏਜਸ ਵੱਲ ਚੇਂਜ ਹੋ ਰਹੇ ਹਨ। ਕੰਪਿਊਟਰ ਦੇ ਵਿੱਚ ਅਸੀਂ ਨੈਚੁਰਲ ਲੈਂਗੁਏਜਸ ਨੂੰ ਪ੍ਰੋਸੈਸ ਕਰਦੇ ਹਾਂ। ਨੈਚੁਰਲ ਲੈਂਗੁਏਜ ਜਿਵੇਂ ਆਮ ਲੋਕਾਂ ਦੀ ਬੋਲੀ, ਜਿਵੇਂ ਇੰਗਲਿਸ਼, ਪੰਜਾਬੀ, ਹਿੰਦੀ। ਹੁਣ ਕੰਪਿਊਟਰਸ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਯੂਜ਼ ਕਰਕੇ ਨੈਚੁਰਲ ਲੈਂਗੁਏਜ ਨੂੰ ਪ੍ਰੋਸੈਸ ਕਰਨ ਦੀ ਕਾਬਲੀਅਤ ਹੈ। NLP ਦੀ ਵਰਤੋਂ ਕਿਵੇਂ ਹੁੰਦੀ ਹੈ ਔਰ ਕਿੱਥੇ ਹੁੰਦੀ ਹੈ? ਜਿਵੇਂ ਕਿ ਸਪੀਚ ਪ੍ਰੋਸੈਸਿੰਗ। ਸਪੀਚ ਪ੍ਰੋਸੈਸਿੰਗ ਦਾ ਮਤਲਬ ਹੈ ਬੋਲ ਕੇ ਕੁਝ ਕੰਪਿਊਟਰ ਤੇ ਲਿਖਣਾ। ਜਿਵੇਂ ਅਸੀਂ ਬੋਲ ਕੇ ਆਪਣੀ ਕਵਿਤਾ ਟਾਈਪ ਕਰਨ ਦੀ ਜਗ੍ਹਾ ਤੇ ਬੋਲ ਕੇ ਆਪਣੀ ਕਵਿਤਾ ਕੰਪਿਊਟਰ ਦੇ ਵਿੱਚ ਲਿਖ ਸਕਦੇ ਹਾਂ। ਉਵੇਂ ਹੀ NLP ਦਾ ਇੱਕ ਪਾਰਟ ਹੈ ਮਸ਼ੀਨ ਟ੍ਰਾਂਸਲੇਸ਼ਨ। ਕਿਸੇ ਇੱਕ ਭਾਸ਼ਾ ਤੋਂ ਦੂਸਰੀ ਵਿੱਚ ਅਨੁਵਾਦ ਕਰ ਸਕਦੇ ਹਾਂ। ਅਸੀਂ ਆਪਣੀ ਲਿਖੀ ਹੋਈ ਕਵਿਤਾ ਇੱਕ ਭਾਸ਼ਾ ਤੋਂ ਦੂਸਰੀ ਭਾਸ਼ਾ ਵਿੱਚ ਅਨੁਵਾਦ ਕਰ ਸਕਦੇ ਹਾਂ। ਇੱਕ ਹੋਰ ਹੈ ਜੀ ਮਸ਼ੀਨ ਟ੍ਰਾਂਸਲਿਟਰੇਸ਼ਨ। ਮਸ਼ੀਨ ਟ੍ਰਾਂਸਲੇਸ਼ਨ ਦੇ ਵਿੱਚ ਇੱਕ ਭਾਸ਼ਾ ਤੋਂ ਦੂਸਰੀ ਭਾਸ਼ਾ ਦੇ ਵਿੱਚ ਅਨੁਵਾਦ ਹੋ ਸਕਦਾ ਹੈ।
ਜਦਕਿ ਮਸ਼ੀਨ ਟ੍ਰਾਂਸਲਿਟਰੇਸ਼ਨ ਦੇ ਵਿੱਚ ਅਸੀਂ ਇੰਗਲਿਸ਼ ਵਿੱਚ ਟਾਈਪ ਕਰਨਾ ਹੈ ਅਤੇ ਪੰਜਾਬੀ ਵਿੱਚ ਆਪਣੇ ਆਪ ਹੀ ਲਿਖਿਆ ਜਾਣਾ ਹੈ। ਜੋ ਵੀ ਅਸੀਂ ਇੰਗਲਿਸ਼ ਦੇ ਵਰਡਸ ਯੂਜ਼ ਕਰਕੇ ਟਾਈਪ ਕਰ ਰਹੇ ਹਾਂ, ਜੋ ਕਿ ਸਾਨੂੰ ਸੌਖਾ ਲੱਗਦਾ ਹੈ ਟਾਈਪ ਕਰਨਾ, ਤੇ ਪੰਜਾਬੀ ਦੇ ਵਿੱਚ ਆਪਣੇ ਆਪ ਉਹ ਲਿਖਿਆ ਜਾਂਦਾ ਹੈ। ਸਮਰਾਈਜ਼ੇਸ਼ਨ ਹੈ ਕਿਸੇ ਚੀਜ਼ ਦਾ ਸੰਖੇਪ ਕਰਨਾ। ਸਾਡੇ ਕੋਲ ਪੰਜਾਬੀ ਭਾਸ਼ਾ ਦੀਆਂ ਬਹੁਤ ਸਾਰੀਆਂ ਲਾਇਬ੍ਰੇਰੀਜ਼ ਅਵੇਲੇਬਲ ਹਨ, ਜੋ ਡਿਜੀਟਲ ਲਾਇਬ੍ਰੇਰੀਜ਼ ਕਹਾਉਂਦੀਆਂ ਹਨ। ਕੰਪਿਊਟਰ ਤੇ ਸਾਰੀ ਪੰਜਾਬੀ ਸ਼ਬਦਾਂ ਦੀ ਲਾਇਬ੍ਰੇਰੀ ਹੈ। ਵਰਡ ਨੈਟ ਬਣੇ ਹੋਏ ਹਨ। ਨੈਚੁਰਲ ਲੈਂਗੁਏਜ ਅੰਡਰਸਟੈਂਡਿੰਗ, ਕੰਪਿਊਟਰ ਵੱਲੋਂ ਕਿਸੇ ਭਾਸ਼ਾ ਵਿੱਚ ਲਿਖਿਆ ਹੋਇਆ ਕੁਝ ਸਮਝਣਾ, ਉਸਨੂੰ ਨੈਚੁਰਲ ਲੈਂਗੁਏਜ ਅੰਡਰਸਟੈਂਡਿੰਗ ਕਿਹਾ ਜਾਂਦਾ ਹੈ। ਤੇ ਆਪਟੀਕਲ ਕਰੈਕਟਰ ਰਿਕੋਗਨੀਸ਼ਨ, ਕਿਸੇ ਲਿਖੀ ਹੋਈ ਕਵਿਤਾ ਦਾ ਸਕੈਨ ਕਰਨ ਤੇ ਕੰਪਿਊਟਰ ਤੇ ਆਟੋਮੈਟਿਕਲੀ ਟਾਈਪ ਹੋਣਾ, ਉਹ ਉਸ ਵਾਸਤੇ ਅਸੀਂ ਇੱਕ ਆਪਟੀਕਲ ਕਰੈਕਟਰ ਰਿਕੋਗਨੀਸ਼ਨ ਦਾ ਸੌਫਟਵੇਅਰ ਯੂਜ਼ ਕਰਦੇ ਹਾਂ, ਜਿਹਦੇ ਵਿੱਚ ਤੁਸੀਂ ਕਿਤਾਬ ਦੀ ਕੋਈ ਚੀਜ਼ ਲਿਖੀ ਹੋਈ ਹੈ, ਉਸਨੂੰ ਸਕੈਨ ਕਰਨਾ ਹੈ। ਜਦੋਂ ਅਸੀਂ ਸਕੈਨ ਕਰਦੇ ਹਾਂ ਤਾਂ ਇੱਕ ਪਿਕਚਰ ਫਾਈਲ ਬਣਦੀ ਹੈ। ਅਸੀਂ ਉਹਦੇ ਵਿੱਚ ਕੋਈ ਚੇਂਜਸ ਨਹੀਂ ਕਰ ਸਕਦੇ, ਪਰ ਆਪਟੀਕਲ ਕਰੈਕਟਰ ਰਿਕੋਗਨੀਸ਼ਨ ਦੀ ਮਦਦ ਦੇ ਨਾਲ ਅਸੀਂ ਉਸਦੀ ਇੱਕ ਵਰਡ ਫਾਈਲ ਬਣਾ ਸਕਦੇ ਹਾਂ ਔਰ ਉਸਦੇ ਵਿੱਚ ਚੇਂਜਸ ਵੀ ਕਰ ਸਕਦੇ ਹਾਂ। ਜਿਵੇਂ ਸਾਡੇ ਕੋਲ ਕੋਈ ਬਹੁਤ ਕਿਤਾਬ ਹੈ, ਅਸੀਂ ਉਸਨੂੰ ਸਾਰਾ ਦੁਬਾਰਾ ਟਾਈਪ ਕਰਨ ਦੀ ਬਜਾਏ ਅਸੀਂ ਉਸਦੇ ਪੇजेस ਨੂੰ ਸਕੈਨ ਕਰਕੇ ਉਹਦੇ ਵਿੱਚ ਕੁਝ ਜੋ ਗਲਤੀਆਂ ਹੋਣੀਆਂ, ਜੋ ਚੇਂਜਸ ਹਨ, ਅਸੀਂ ਉਹ ਕਰ ਸਕਦੇ ਹਾਂ। ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਉੱਤੇ ਬਹੁਤ ਸਾਰੇ ਸੈਂਟਰਸ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਕੰਮ ਹੋ ਰਿਹਾ ਹੈ। ਰਿਸਰਚ ਸੈਂਟਰ ਫॉर ਪੰਜਾਬੀ ਲੈਂਗੁਏਜ ਟੈਕਨੋਲੋਜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, CDEC ਨੋਇਡਾ, IIT ਕਾਨਪੁਰ, IIT हैदराबाद और गूगल। बाकी सेंटर्स होर भी लैंग्वेजेस उत्ते काम कर रहे हैं, पर पंजाबी यूनिवर्सिटी पटियाला विच सब तो ज़्यादा काम पंजाबी लैंग्वेज उत्ते हो रहा है। मैं इन्हां दे कुछ सॉफ्टवेयर्स पेश करना चाहांगी जो साडी बहुत ज़्यादा मदद कर सकते हैं अपनी कवितावां नूं लोकां तक पहुंचाउण वास्ते, उसनूं टाइप करन वास्ते ईजी कर सकते हैं। पंजाबी यूनिवर्सिटी पटियाला ਵੱਲੋਂ ਇੱਕ ਸੌਫਟਵੇਅਰ ਬਣਾਇਆ ਗਿਆ ਹੈ ਸੋਧਕ, ਜੋ ਆਨਲਾਈਨ ਪੰਜਾਬੀ ਟਾਈਪਿੰਗ, ਫੌਂਟ ਕਨਵਰਟਰ ਅਤੇ ਸਪੈਲ ਚੈਕਰ ਦਾ ਕੰਮ ਕਰਦਾ ਹੈ। ਇਹ ਇੱਕ ਸੌਫਟਵੇਅਰ ਹੈ ਜਿਸ ਦੀ ਮਦਦ ਨਾਲ ਪੰਜਾਬੀ ਵਿੱਚ ਟਾਈਪ ਹੋ ਸਕਦੀ ਹੈ ਅਤੇ ਇੱਕ ਫੌਂਟ ਤੋਂ ਦੂਸਰੇ ਵਿੱਚ ਕਨਵਰਟ ਕੀਤਾ ਜਾ ਸਕਦਾ ਹੈ ਅਤੇ ਗਲਤੀਆਂ ਵੀ ਲੱਭੀਆਂ ਜਾ ਸਕਦੀਆਂ ਹਨ। ਮੈਂ ਇਸ ਸੌਫਟਵੇਅਰ ਦੇ ਬਾਰੇ ਥੋੜਾ ਜਿਹਾ ਵਿਸਤਾਰ ਸਹਿਤ ਪੇਸ਼ ਕਰਨਾ ਚਾਹਾਂਗੀ। ਇਹ ਉਸਦੀ ਸਾਈਟ ਹੈ g2s.learnpunjabi.org, ਜੋ ਮੈਂ ਆਪਣੇ ਪ੍ਰੈਜੈਂਟੇਸ਼ਨ ਦੇ ਵਿੱਚ ਕਾਪੀ ਕੀਤੀ ਹੈ। sodak.aspx ਇਹ ਇੱਕ ਸੌਫਟਵੇਅਰ ਹੈ ਜੋ ਸਾਨੂੰ ਪੰਜਾਬੀ ਟਾਈਪਿੰਗ ਵਿੱਚ ਹੈਲਪ ਕਰ ਸਕਦਾ ਹੈ। ਇਹ ਕਿਵੇਂ ਕੰਮ ਕਰਦਾ ਹੈ ਔਰ ਇਸ ਦੇ ਵਿੱਚ ਕੀ ਕੰਮ ਹੋ ਸਕਦੇ ਹਨ। ਜਿਵੇਂ ਕਿ ਇਹ ਇੱਕ ਕਵਿਤਾ ਹੈ ਜੋ ਕਿਸੇ ਪੰਜਾਬੀ ਫੌਂਟ ਵਿੱਚ ਟਾਈਪ ਕੀਤੀ ਹੋਈ ਹੈ, पर मेरे कंप्यूटर ते वो फॉन्ट मौजूद नहीं है, तो मैं इसनूं किवें पढ़ सकती हाँ। रावी फॉन्ट विच कविता है, मैं इसनूं कॉपी करके सोधक दे विच जाके पेस्ट किया, उसने ऑटोमैटिकली इसनूं डिटेक्ट किया। ठीक है, हुण मैं इस कविता नूं पढ़ सकती हाँ। धरती मां ट्रेनां रेंगदियां धरती ते पिंडे ते, सुंडियां दी तरह कुत कुताणियां हुंदियां होणगियां धरती दे, कदे कदे चुभदियां भी होणगियां, पीड़ हुंदी होवेगी। हुण मैं इसनूं आराम नाल पढ़ सकदी हाँ। एक फॉन्ट है जो नॉर्मली यूज हुंदा है, उसनूं बोलदे हन यूनीकोड। अजकल यूनीकोड दे विच ट्रांसलेशन हुंदी है, हर कोई लैंग्वेज वास्ते यूनीकोड फॉन्ट यूज किया जाता है। जिवें सोधक सॉफ्टवेयर है जो पंजाबी यूनिवर्सिटी वालों बनाया गया है, इस तरह ही गूगल भी पंजाबी भाषा के उत्ते बहुत काम कर रहा है। एक साइट है जिस दे विच भी असी टाइपिंग ईजिली कर सकते हाँ। एक गूगल वालों बनाया गया सॉफ्टवेयर है।
ਇਹ ਗੂਗਲ ਵੱਲੋਂ ਬਣਾਇਆ ਗਿਆ ਗੂਗਲ ਇਨਪੁਟ ਔਜ਼ਾਰ ਹੈ, ਜਿਸ ਦੇ ਵਿੱਚ ਵੀ ਅਸੀਂ ਉਸੇ ਤਰ੍ਹਾਂ ਹੀ ਪੰਜਾਬੀ ਦੇ ਵਿੱਚ ਟਾਈਪਿੰਗ ਕਰ ਸਕਦੇ ਹਾਂ, ਜਿਵੇਂ ਅਸੀਂ ਸੋਧਕ ਵਿੱਚ ਕਰ ਸਕਦੇ ਹਾਂ, ਅਸੀਂ ਇੰਗਲਿਸ਼ ਵਿੱਚ ਲਿਖਦੇ ਹਾਂ। ਇਸ ਦੇ ਵਿੱਚ ਹੋਰ ਵੀ ਇਸ ਦੇ ਵਿੱਚ ਪੂਰੀ ਇੰਗਲਿਸ਼ ਦੇ ਵਰਡ ਵੀ ਸਾਨੂੰ ਲਿਖਣ ਦੀ ਜ਼ਰੂਰਤ ਨਹੀਂ ਪੈਂਦੀ। ਜਿਵੇਂ ਮੈਂ ਲਿਖਣਾ ਹੈ, ਮੈਂ MA ਲਿਖਿਆ ਹੈ, ਉਹ ਆਟੋਮੈਟਿਕਲੀ ਤੁਹਾਨੂੰ ਸ਼ੋ ਕਰ ਦਿੰਦਾ ਹੈ ਕਿ ਤੁਸੀਂ ਕੀ ਲਿਖਣਾ ਚਾਹੁੰਦੇ ਹੋ। ਮੈਂ, ਮਾਂ, ਮੇਰੇ, मैं MYR लिखा, उसने अगे अपने ऑटोमेटिकली ऑप्शंस दे देती है कि तुसी मेरे, मेरी, मेरी की लिखना चाहते हो। नेक्स्ट मैं डिस्कस करना चाहूंगी कुछ मशीन ट्रांसलिटरेशन। मशीन ट्रांसलिटरेशन है जिवें असी गुरमुखी और शाहमुखी है। शाहमुखी और गुरमुखी दी टोन सेम है कि वो पंजाबी लैंग्वेज है, पर उन्हां दी स्क्रिप्ट वक्री वक्री है। वर्डिंग सेम है, पढ़न च सेम है। असी कोई कविता गुरमुखी विच लिखी है, बट असी उसनू शाहमुखी विच ट्रांसलेट कर सकते हाँ, ताकि उसनू कोई होर भी पढ़ सके जिन्हां नू ओ वाली लैंग्वेज आंदी है और गुरमुखी पढ़नी नहीं आती। इस तरह ही एक सॉफ्टवेयर है sangam.learnpunjabi.org। इस साइट के ऊपर एक सॉफ्टवेयर है जेड़ा कि गुरमुखी तो शाहमुखी, शाहमुखी तो गुरमुखी विच ट्रांसलिटरेट कर सकता है। वो ट्रांसलेट नहीं कर रहा, वो ट्रांसलिटरेट कर रहा है। वो करैक्टर बाय करैक्टर उसनु चेंज कर रहा है। टोन सेम है, लैंग्वेज सेम है, बस स्क्रिप्ट डिफरेंट है। ये है सॉफ्टवेयर sangam.learnpunjabi.org ते अवेलेबल है, जेड़ा गुरमुखी तो शाहमुखी ते शाहमुखी तो गुरमुखी ते ऑटोमेटिक ट्रांसलेट करता है। सपोज मैं इससे एक कॉपी करती हूँ। इसने ऑटोमेटिकली उसनु डिटेक्ट किया है कि वो गुरमुखी विच लिखा होया है, ते असी उसने शाहमुखी विच ट्रांसलिटरेट कर दिता है। अगर असी इसनु चेक करना चाहते हैं, असी इसनु कॉपी करके वापस तो शाहमुखी टू गुरमुखी विच ट्रांसलिटरेट करके चेक कर सकते हैं। इस दे नाल जो कवितावां गुरमुखी दे विच टाइप होणगियां, उन्हां नूं शाहमुखी दे विच बड़े आसानी नाल ट्रांसलेट किया जा सकता है। सपोज मैं एक अखर फॉन्ट दी लिखी हुई कविता इस दे विच पा रही हूं। ये फॉन्ट यूनिकोड नहीं है। अगर मैं इसनूं ऑटोमेटिकली ट्रांसलिटरेट नहीं होया, और जो भी ये ट्रांसलिटरेट होया वो प्रॉपर नहीं आया। उसके वास्ते मैनू सब कुछ यूनिकोड दे विच होना चाहिए है। अगर मैं सोधक यूज करके उसनू पहला यूनिकोड दे विच ट्रांसलेट करती हाँ, और फिर ट्रांसलेटेड कोड जो यूनिकोड दे विच है उसनू इस दे विच टाइप कर दी हाँ, ऑटोमेटिकली शाहमुखी दे विच ट्रांसलिटरेट हो जाएगा। सो sangam.learnpunjabi.org शाहमुखी ते गुरमुखी टू शाहमुखी दे विच बड़ी आसानी नाल ट्रांसलिटरेट कर सकता है। असे इसनू असी बड़ी आसानी नाल यूज कर सकते हैं। कुछ लोग हिंदी पढ़ सकते हैं, पर उन्हां नूं पंजाबी समझ आती है। वो पंजाबी दीयां कवितावां हिंदी दे विच पढ़ना चाहते हैं। हुण जेकर असी पंजाबी तो जो कि गुरमुखी स्क्रिप्ट है, तो देवनागरी दे विच अपनी कविता नूं ट्रांसलिटरेट करना है, उस वास्ते असी learnpunjabi.org P2H यूज कर सकते हैं। ये लिंक यूज कर सकते हैं। इस लिंक विच दो ऑप्शन हैं, एक ट्रांसलिटरेट, एक ट्रांसलेट और एक ट्रांसलिटरेट। जेकर इस लाइन नूं पंजाबी मेरी मां जोगी मां बोली है नूं ट्रांसलेट ते क्लिक करते हाँ, तो वो चेंज हुंदा है पंजाबी तो हिंदी दे विच। पंजाबी मेरी गर्व के लायक मातृभाषा है।
ਪਰ ਅਸੀਂ ਕਵਿਤਾਵਾਂ ਨੂੰ ਇਸ ਤਰ੍ਹਾਂ ਟਰਾਂਸਲੇਟ ਨਹੀਂ ਕਰ ਸਕਦੇ। ਸਾਨੂੰ ਚਾਹੀਦਾ ਹੈ ਕਿ ਅਸੀਂ ਟਰਾਂਸਲਿਟਰੇਟ ਕਰੀਏ ਤਾਂ ਕਿ ਪੜ੍ਹੀ ਪੰਜਾਬੀ ਹੀ ਜਾਏ ਪਰ ਜਿਹੜੀ ਸਕ੍ਰਿਪਟ ਹੈ ਉਹ ਦੇਵਨਾਗਰੀ ਯੂਜ਼ ਹੋਏ। ਜਾਂ ਕਾਗਜ਼ ਹੈ ਖਿਆਲ ਹੈ ਮੇਰੇ ਸਾਰੇ ਘਰ ਵਿੱਚ ਪੈਨ ਨਹੀਂ, ਇਸ ਨੂੰ ਮੈਂ ਟਰਾਂਸਲਿਟਰੇਟ ਕਰਦੀ ਹਾਂ ਤਾਂ ਉਹ ਹਿੰਦੀ ਦੇ ਵਿੱਚ ਦੇਵਨਾਗਰੀ ਸਕ੍ਰਿਪਟ ਦੇ ਵਿੱਚ ਕਾਗਜ਼ ਹੈ ਖਿਆਲ ਹੈ ਸਾਰੇ ਘਰ ਵਿੱਚ ਪੈਨ ਨਹੀਂ ਹੈ ਲਿਖਿਆ ਜਾਏਗਾ। ਜੋ ਸਾਡੇ ਬਹੁਤ ਕੰਮ ਆ ਸਕਦਾ ਹੈ ਉਹ ਟਰਾਂਸਲਿਟਰੇਸ਼ਨ ਹੈ। ਜੋ ਕਵਿਤਾ ਦਾ ਮੂਲ ਰੂਪ ਵੀ ਉਹੀ ਰਹੇਗਾ ਔਰ ਕੋਈ ਵੀ ਜੋ ਜਿਸਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ, ਹਿੰਦੀ ਪੜ੍ਹਨੀ ਆਉਂਦੀ ਹੈ ਜਾਂ ਉਰਦੂ ਪੜ੍ਹਨੀ ਆਉਂਦੀ ਹੈ ਉਹ ਉਸਨੂੰ ਰੀਡ ਆਊਟ ਕਰ ਸਕਦੇ ਹਾਂ। ਸੋ ਇਸ ਵਾਸਤੇ ਅਸੀਂ ਇਸ ਸੌਫਟਵੇਅਰ ਨੂੰ ਯੂਜ਼ ਕਰਾਂਗੇ ਜੋ ਸਾਡੀ ਗੁਰਮੁਖੀ ਤੋਂ ਦੇਵਨਾਗਰੀ ਸਕ੍ਰਿਪਟ ਦੇ ਵਿੱਚ ਸਾਡੀ ਕਵਿਤਾ ਨੂੰ ਟਰਾਂਸਲੇਟ ਕਰ ਸਕਦਾ ਹੈ।